ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। 20ਵੀਂ ਸਦੀ ਦੇ ਆਲਮੀ ਨਾਇਕਾਂ ਵਿੱਚ ਨੈਲਸਨ ਮੰਡੇਲਾ ਦਾ ਨਾਮ ਸ਼ੁਮਾਰ ਹੈ। 20ਵੀਂ ਸਦੀ ਦੇ ਜਿਨ੍ਹਾਂ ਨਾਇਕਾਂ ਨੇ 21ਵੀਂ ਸਦੀ ਵਿੱਚ ਸਾਹ ਲਿਆ, ਉਹਨਾਂ ਵਿੱਚ ਨੈਲਸਨ ਮੰਡੇਲਾ ਸਭ ਤੋਂ ਕਦਾਵਰ ਸਨ। ਨੈਲਸਨ ਮੰਡੇਲਾ ਦੇ ਪੂਰੇ ਹੋ ਜਾਣ ਨਾਲ ਇਤਿਹਾਸ ਦੇ ਅਹਿਮ ਅਧਿਆਏ ਦੀ ਆਖਰੀ ਸਤਰ ਲਿਖੀ ਗਈ ਹੈ। ਪਿਛਲੀ ਸਦੀ ਦੇ ਇਤਿਹਾਸ ਵਿੱਚ ਬਸਤਾਨਾ ਖਿਲਾਫ ਕੌਮੀ ਮੁਕਤੀ ਲਹਿਰਾਂ ਅਤੇ ਨਸਲਵਾਦ ਖਿਲਾਫ ਅਵਾਮੀ ਲਹਿਰਾਂ ਦੀ ਅਹਿਮ ਥਾਂ ਹੈ। ਨੈਲਸਨ ਮੰਡੇਲਾ ਬਸਤੀਵਾਦੀ ਨਸਲਵਾਦ ਖਿਲਾਫ ਸਮਾਜਵਾਦੀ ਜਮਹੂਰੀਅਤ ਦੇ ਨੁਮਾਇੰਦੇ ਸਨ। ਅੱਜ ਦਾ ਦਿਨ ਉਹਨਾਂ ਦੀਆਂ ਗੱਲਾਂ ਕਰਨ ਦਾ ਦਿਨ ਹੈ। ਨੈਲਸਨ ਮੰਡੇਲਾ ਲੰਬੀ ਬਿਮਾਰੀ ਤੋਂ ਬਾਅਦ ਪੂਰੇ ਹੋ ਗਏ। 18 ਜੁਲਾਈ 1918 ਨੂੰ ਜਨਮੇ ਨੈਲਸਨ ਮੰਡੇਲਾ 95 ਸਾਲਾਂ ਦੀ ਉਮਰ ਦੌਰਾਨ ਆਪਣੇ ਦੌਰ ਦੇ ਇਤਿਹਾਸ ਉੱਤੇ ਇਨਕਲਾਬੀ ਵਜੋਂ ਅਸਰਅੰਦਾਜ਼ ਹੋਏ। ਦੱਖਣੀ ਅਫਰੀਕਾ ਦਾ ਦੇਸ਼ ਭਗਤ ਆਗੂ ਨੈਲਸਨ ਮੰਡੇਲਾ ਪੂਰੀ ਦੁਨੀਆ ਦੀਆਂ ਲੋਕਪੱਖੀ ਲਹਿਰਾਂ ਦਾ ਨਾਇਕ ਬਣਿਆ। ਵਕਾਲਤ ਕਰਨ ਤੋਂ ਬਾਅਦ ਨੈਲਸਨ ਮੰਡੇਲਾ ਬਸਤੀਵਾਦੀ ਹਾਕਮਾਂ ਖਿਲਾਫ ਮੁਹਿੰਮ ਵਿੱਚ ਸ਼ਾਮਿਲ ਹੋਇਆ। ਮੰਡੇਲਾ ਅਫਰੀਕਨ ਨੈਸ਼ਨਲ ਕਾਂਗਰਸ ਵਿੱਚ ਸਰਗਰਮ ਹੋ ਗਏ ਅਤੇ ਪਾਰਟੀ ਦੀ ਨੌਜਵਾਨ ਜਥੇਬੰਦੀ ਯੂਥ ਲੀਗ ਦੇ ਬਾਨੀਆਂ ਵਿੱਚ ਸ਼ਾਮਿਲ ਸਨ। 1948 ਵਿੱਚ ਦੱਖਣੀ ਅਫਰੀਕੀ ਨੈਸ਼ਨਲ ਪਾਰਟੀ ਨੇ ਦੱਖਣੀ ਅਫਰੀਕਾ ਵਿੱਚ ਸਰਕਾਰ ਬਣਾਈ। ਮੰਡੇਲਾ ਇਸ ਸਰਕਾਰ ਦੀਆਂ ਨਸਲਵਾਦੀ ਨੀਤੀਆਂ ਖਿਲਾਫ ਜ਼ਿਆਦਾ ਸਰਗਰਮੀ ਨਾਲ ਕੰਮ ਕਰਨ ਲੱਗੇ। 1950 ਦੇ ਦਹਾਕੇ ਵਿੱਚ ਉਹਨਾਂ ਦੀ ਬਾਰ-ਬਾਰ ਗ੍ਰਿਫਤਾਰੀ ਹੋਈ। ਸ਼ੁਰੂਆਤੀ ਦੌਰ ਵਿੱਚ ਅਹਿੰਸਕ ਸਿਆਸੀ ਤੌਰ ਤਰੀਕਿਆਂ ਦੇ ਹਾਮੀ ਰਹੇ ਮੰਡੇਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ 1961 ਵਿੱਚ ਹਥਿਆਰਬੰਦ ਸੰਘਰਸ਼ ਲਈ ਜਥੇਬੰਦੀ ਬਣਾਈ, ਜੋ ਦੱਖਣੀ ਅਫਰੀਕਨ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਕੰਮ ਕਰਦੀ ਸੀ। ਨਤੀਜੇ ਵਜੋਂ ਮੰਡੇਲਾ 1962 ਤੋਂ 1990 ਤੱਕ ਜੇਲ੍ਹ ਵਿੱਚ ਰਹੇ। ਉਹਨਾਂ ਦੀ ਰਿਹਾਈ ਕੌਮਾਂਤਰੀ ਮੁਹਿੰਮ ਦੇ ਕਾਰਨ ਹੀ ਸੰਭਵ ਹੋਈ। ਇਸ ਦੌਰਾਨ ਦੱਖਣੀ ਅਫਰੀਕਾ ਵਿੱਚ ਖਾਨਾ ਜੰਗੀ ਦਾ ਮਾਹੌਲ ਚੱਲ ਰਿਹਾ ਸੀ। ਮੰਡੇਲਾ ਨੇ ਨਸਲਵਾਦੀ ਨੀਤੀਆਂ ਦੇ ਖਾਤਮੇ ਲਈ ਗੱਲਬਾਤ ਦੀ ਅਗਵਾਈ ਕੀਤੀ। ਨਤੀਜੇ ਵਜੋਂ 1994 ਵਿੱਚ ਬਹੁਨਸਲੀ ਹਿੱਸੇਦਾਰੀ ਵਾਲੀਆਂ ਚੋਣਾਂ ਹੋਈਆਂ ਅਤੇ ਮੰਡੇਲਾ ਪਹਿਲੇ ਸਿਆਹ-ਫਾਮ ਰਾਸ਼ਟਰਪਤੀ ਬਣੇ। ਉਹਨਾਂ ਨੇ ਨਵਾਂ ਸੰਵਿਧਾਨ ਬਣਵਾਇਆ। ਇਸ ਤੋਂ ਇਲਾਵਾ ਸੱਚ ਅਤੇ ਸੁਲਹ ਸਫਾਈ ਲਈ ਕਮਿਸ਼ਨ ਬਣਾਇਆ, ਜਿਸ ਦਾ ਕੰਮ ਨਸਲੀ ਜੁਰਮਾਂ ਦੀ ਜਾਂਚ ਪੜਤਾਲ ਕਰਨਾ ਸੀ। ਮੰਡੇਲਾ ਨੇ ਭੂਮੀ ਸੁਧਾਰ, ਗਰੀਬੀ ਨੂੰ ਹਟਾਉਣ ਅਤੇ ਸਿਹਤ ਸਹੂਲਤਾਂ ਨੂੰ ਵਧਾਉਣ ਦਾ ਉਪਰਾਲਾ ਕੀਤਾ, ਜੋ ਜ਼ਿਆਦਾ ਕਾਮਯਾਬ ਨਹੀਂ ਹੋਇਆ। ਮੰਡੇਲਾ ਨੇ ਵੱਧਦੀ ਉਮਰ ਕਾਰਨ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ, ਪਰ ਉਹਨਾਂ ਦਾ ਰੁਤਬਾ ਲਗਾਤਾਰ ਬੁਲੰਦ ਹੁੰਦਾ ਗਿਆ। ਉਹਨਾਂ ਨੂੰ ਨੋਬਲ ਪੁਰਸਕਾਰ ਅਤੇ ਭਾਰਤ ਰਤਨ ਸਮੇਤ ਬਹੁਤ ਸਾਰੇ ਸਨਮਾਨ ਦਿੱਤੇ ਗਏ। ਉਹਨਾਂ ਦੇ ਤੁਰ ਜਾਣ ਤੋਂ ਬਾਅਦ ਇਹ ਪੜਚੋਲ ਹੁੰਦੀ ਰਹੇਗੀ ਕਿ ਉਹ ਕਿਹੋ ਜਿਹੀ ਵਿਰਾਸਤ ਛੱਡ ਕੇ ਗਏ ਨੇ। ਮੰਡੇਲਾ ਜਦੋਂ ਰਿਹਾਈ ਤੋਂ ਬਾਅਦ ਪਹਿਲੀ ਵਾਰ ਭਾਰਤ ਆਏ ਸਨ ਤਾਂ ਪੂਰੇ ਮੁਲਕ ਵਿੱਚ ਜਸ਼ਨ ਦਾ ਮਾਹੌਲ ਸੀ। ਮੰਡੇਲਾ ਦੇ ਪੂਰੇ ਹੋ ਜਾਣ ਤੋਂ ਬਾਅਦ ਸਾਡੇ ਮੁਲਕ ਵਿੱਚ 5 ਦਿਨਾਂ ਦਾ ਸਰਕਾਰੀ ਸੋਗ ਮਨਾਇਆ ਜਾ ਰਿਹਾ ਹੈ। ਮੰਡੇਲਾ ਉਹਨਾਂ ਸ਼ਖਸੀਅਤਾਂ ਵਿੱਚ ਸ਼ਾਮਿਲ ਨੇ ਜਿਨ੍ਹਾਂ ਦਾ ਅਸਰ ਮੁਲਕਾਂ, ਨਸਲਾਂ ਅਤੇ ਸਮਿਆਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਹੈ। ਉਹਨਾਂ ਦੇ ਸੰਘਰਸ਼, ਪ੍ਰਾਪਤੀਆਂ ਅਤੇ ਵਿਰਾਸਤ ਬਾਰੇ ਅੱਜ ਅਸੀਂ ਗੱਲ ਕਰਾਂਗੇ ਆਪਣੇ ਮਹਿਮਾਨਾਂ ਨਾਲ। ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕ੍ਰਿਸ਼ਨ ਸਿੰਘ ਮਹਿਤਾ, ਜੋ ਸਮਾਜ ਸ਼ਾਸਤਰੀ ਨੇ, ਇੰਦਰਜੀਤ ਸਿੰਘ ਚੱਡਾ, ਜੋ IFS ਇੰਡੀਅਨ ਫੋਰਨ ਸਰਵਿਸਿਜ਼ ਵਿੱਚੋਂ ਰਿਟਾਇਰ ਹੋਏ ਨੇ, ਪ੍ਰੋਫੈਸਰ ਖਾਲਿਦ ਮੁਹੰਮਦ, ਜੋ ਰਾਜਨੀਤੀ ਸ਼ਾਸਤਰੀ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਮਹਿਤਾ ਸਾਹਿਬ, ਤੁਸੀਂ ਮੰਡੇਲਾ ਹੋਰਾਂ ਨੂੰ ਅੱਜ ਦੇ ਦਿਨ ਕਿਸ ਰੂਪ 'ਚ ਯਾਦ ਕਰਨਾ ਚਾਹੋਗੇ? ਮੰਡੇਲਾ ਇੱਕ ਬਹੁਤ ਵੱਡੀ ਸੰਸਾਰ ਭਰ ਵਿੱਚ ਬਹੁਤ ਵੱਡੀ ਸ਼ਖਸੀਅਤ ਹੈ। ਔਰ ਇਹ ਹੁਣ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੀ, ਜਿਹੜੀ ਤੁਸੀਂ ਤਾਰੁਫ ਕਰਾਇਆ ਵੇ, ਇਹ ਬੜਾ ਬਰੀਫ ਜਿਹਾ ਉਸਦਾ ਤਾਰੁਫ ਹੈ। ਬਸਤੀਵਾਦ ਦੇ ਖਿਲਾਫ ਜਿਹੜੀ ਲਹਿਰ ਚੱਲੀ, ਤਕਰੀਬਨ ਸਾਰੇ ਸੰਸਾਰ ਵਿੱਚ ਉਸ ਦੇ ਵਿੱਚ ਕਿੰਨੇ ਹੀ ਲੀਡਰਸ ਆਏ, ਲੇਕਿਨ ਆਈਕੋਨਿਕ ਸਟੇਟਸ ਸਿਰਫ 2 ਆਦਮੀਆਂ ਦਾ ਹੀ ਆਮ ਤੌਰ 'ਤੇ ਵਰਲਡ ਵਿੱਚ ਮੰਨਿਆ ਜਾਂਦਾ। ਆਪਣੇ ਆਪਣੇ ਦੇਸ਼ ਵਿੱਚ ਤਿਆਰ ਕਿਸੇ ਦਾ ਹੈ ਜੀ। ਇੱਕ ਮਹਾਤਮਾ ਗਾਂਧੀ ਦਾ ਅਤੇ ਇੱਕ ਨੈਲਸਨ ਮੰਡੇਲਾ ਦਾ। ਜੀ, ਮਹਾਤਮਾ ਗਾਂਧੀ ਦਾ ਜਿਹੜਾ ਬਹੁਤ ਜਲਦੀ ਉਹ ਚਲੇ ਗਏ, ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਉਸ ਦਾ ਦੇਸ਼ ਦਾ ਕੀ ਉਹਨਾਂ ਦੇ ਰਵੱਈਆ ਸੀ ਬਣਾਉਣ ਦਾ। ਲੇਕਿਨ ਨੈਲਸਨ ਮੰਡੇਲਾ ਤਾਂ ਅਖੀਰ ਤੱਕ ਕਦੀ ਵੀ, ਜਿਸ ਵਕਤ ਇਸਨੇ ਆਪਣਾ ਮੂੰਹ ਖੋਲ੍ਹਿਆ, ਇਹਨੇ ਹਮੇਸ਼ਾ ਬਹੁਤ ਹੀ ਚੰਗੀ ਔਰ ਮਨੁੱਖਤਾ ਦੇ ਹੱਕ ਵਿੱਚ ਗੱਲ ਕੀਤੀ ਹੈ। ਜੀ, ਜਦੋਂ ਵੀ ਇਸਨੇ ਕੋਈ ਗੱਲ ਕੀਤੀ ਹੈ, ਜਿਸ ਮਸਲੇ 'ਤੇ ਵੀ, ਸੰਸਾਰ ਦੇ ਮਸਲੇ ਦੇ ਉੱਪਰ ਇਹਦੀ ਰਾਏ ਲਈ ਗਈ ਅਖਬਾਰ ਵਾਲਿਆਂ ਕੋਲ, ਮੀਡੀਆ ਵਾਲਿਆਂ ਵੱਲੋਂ, ਇਹ ਇਤਨਾ, ਮੈਂ ਤਾਂ ਇਹਨੂੰ ਇੱਕ ਬਹੁਤ ਦੇਖਣਾ ਚਾਹੁੰਦਾ, ਇੱਕ ਹਿਊਮਨਿਸਟ ਦੇ ਤੌਰ 'ਤੇ ਮੈਨੂੰ ਬਹੁਤ ਅਪੀਲ ਕਰਦਾ।
ਸਰਪ੍ਰਵਾਨਿਤ ਆਗੂ ਦੇ ਤੌਰ ਦੇ ਉੱਤੇ ਸਰਪ੍ਰਵਾਨਿਤ ਆਗੂ ਵੀ, ਔਰ ਐਟ ਦੀ ਸੇਮ ਟਾਈਮ ਜਿਸ ਨੂੰ ਕਹਿੰਦੇ ਨਾ ਇਨਕਲੂਸਿਵ ਪੋਲਿਟੀ, ਇਨਕਲੂਸਿਵ ਸਿਸਟਮ ਜਿਹੜਾ ਵਾ, ਸਾਰੇ ਲੋਕ ਜਿਸ ਦੇ ਵਿੱਚ ਸ਼ਾਮਲ ਹੋ ਸਕਣ। ਇਨਸਾਨੀ ਬਰਾਬਰੀ ਕਹਿ ਲਓ, ਬਹੁਤ ਖੈਰ ਬਹੁਤ ਵੱਡੀ ਚੀਜ਼ ਹੈ ਇਸ ਤੋਂ ਵੀ, ਲੇਕਿਨ ਇਨਸਾਨੀ ਬਰਾਬਰੀ ਵਾਸਤੇ ਜਾਂ ਇੱਕ ਜਮਹੂਰੀਅਤ ਪਸੰਦ ਹੋਣਾ, ਸਮਾਜਵਾਦੀ ਪਸੰਦ ਹੋਣਾ, ਦੋਨੋਂ ਸਾਈਮਲਟੇਨੀਅਸਲੀ ਤੇ ਬਹੁਤ ਘੱਟ ਲੋਕ ਹਨ ਜਿਹੜੇ ਸਮਾਜਵਾਦੀ ਵੀ ਔਰ ਲੋਕ ਰਾਜੀ ਵੀ ਗੱਲ ਕਰਦੇ ਹੋਣ ਜੀ। ਜਿਹੜੇ ਬਹੁਤ ਸਾਰੇ ਇਨਕਲਾਬੀ ਹੈ, ਇਹ ਨਹੀਂ ਕਿ ਕੋਈ ਨਾਲ। ਉਹ ਐਟ ਦੀ ਸੇਮ ਟਾਈਮ ਇੱਕ ਸਵਾਲ ਬਾਰ-ਬਾਰ ਖੜਾ ਪਤਾ ਨਹੀਂ ਕਿਉਂ ਹੋ ਜਾਂਦਾ ਹੈ, ਉਹ ਹੈ ਵੈਸੇ ਨਾਨ ਕੁਐਸਚਨ ਮੇਰੀ ਸਮਝ ਦੇ ਮੁਤਾਬਕ ਜੀ, ਕਿ ਤੁਸੀਂ ਹਥਿਆਰ ਚੁੱਕਣਾ ਹੈ ਕਿ ਨਹੀਂ ਚੁੱਕਣਾ ਜੀ, ਕਿਸੇ ਭਲੇ ਕੰਮ ਲਈ, ਸਮਾਜ ਨੂੰ ਬਦਲਣ ਲਈ ਜੀ, ਔਰ ਉਸ ਨੂੰ ਚੰਗੇ ਪਾਸੇ ਲਿਜਾਣ ਲਈ। ਉਹ ਬਾਰ-ਬਾਰ ਇੱਕ ਨਾਨ ਕੁਐਸਚਨ ਨੂੰ ਕੁਐਸਚਨ ਬਣਾ ਲਿਆ ਜਾਂਦਾ ਜੀ। ਉਹ ਮੈਂ ਸਮਝਦਾ ਇਹ ਮਹਾਤਮਾ ਗਾਂਧੀ ਦੀ ਵੀ ਇਹਦੇ ਵਿੱਚ ਬੜੀ ਕੰਟਰੀਬਿਊਸ਼ਨ ਹੈ। ਜੀ, ਉਹ ਇੱਕ ਇਹਨੂੰ ਮੈਂ ਨੈਗੇਟਿਵ ਕੰਟਰੀਬਿਊਸ਼ਨ ਸਮਝਦਾ, ਪੋਜ਼ਿਟਿਵ ਕੰਟਰੀਬਿਊਸ਼ਨ ਨਹੀਂ ਹੈ। ਜੇ ਕਿ ਤੁਸੀਂ ਰੂਲਰਸ ਦੇ ਹਰ ਜਗ੍ਹਾ ਹੀ ਚਾਹਣਗੇ ਕਿ ਸਾਡੀ ਗੱਲ ਚੱਲਦੀ ਰਹੇ, ਸਟੇਟਸ ਕੋ ਚੱਲਦਾ ਰਹੇ ਜੀ, ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੁੱਠਾ ਗੇੜਾ ਦੇਣ ਵਾਲੇ ਵੀ ਹੁੰਦੇ। ਹੁਣ ਅੱਜ ਕੱਲ੍ਹ ਉਹਨਾਂ ਦਾ ਹਿੰਦੁਸਤਾਨ ਵਿੱਚ ਰਾਈਜ਼ ਹੈ, ਜਿਸ ਤਰ੍ਹਾਂ ਹਿਟਲਰ ਦਾ ਰਾਈਜ਼ ਸੀਗਾ, ਮੁਸੋਲਿਨੀ ਦਾ ਰਾਈਜ਼ ਸੀਗਾ, ਪੁੱਠਾ ਗੇੜਾ ਦੇ ਪਿੱਛੇ ਵੱਲ ਜਾਣਾ, ਪਿੱਛੇ ਵੱਲ ਨਾ ਲਿਜਾਣਾ ਤੇ ਅੱਗੇ ਵੱਲ ਸੰਸਾਰ ਦੇ ਬਰਾਬਰੀ ਵਾਲੇ ਪਾਸੇ ਤੁਰ ਸਕਣਾ, ਜਿਸ ਦੇ ਵਿੱਚ ਹਰ ਇਨਸਾਨ ਆਪਣਾ ਹਿੱਸਾ ਪਾਵੇ, ਉਹਨੂੰ ਆਪਣਾ ਹਿੱਸਾ ਮਿਲੇ। ਯਾਨੀ ਇਹਨਾਂ ਵਿੱਚੋਂ ਤੇ ਨੈਲਸਨ ਮੰਡੇਲਾ ਦਾ ਨਾਮ ਹਮੇਸ਼ਾ ਰਹੇਗਾ, ਸੰਸਾਰ ਵਿੱਚ ਸਦਾ ਹੀ ਰਹੇਗਾ। ਜੀ, ਚੱਡਾ ਸਾਹਿਬ, ਤੁਸੀਂ ਲੰਬਾ ਅਰਸਾ ਕੀਤੀ ਹੈ ਇੰਡੀਅਨ ਫੋਰਨ ਸਰਵਿਸਿਜ਼ ਦੇ ਵਿੱਚ ਨੌਕਰੀ। ਵੱਖਰੇ ਵੱਖਰੇ ਮੁਲਕਾਂ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਸਾਡੇ ਮੁਲਕ ਦੇ, ਉਹ ਵੱਖਰੇ ਵੱਖਰੇ ਪੜਾਵਾਂ ਚੋਂ ਨਿਕਲੇ ਨੇ। ਦੱਖਣੀ ਅਫਰੀਕਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਬਿਲਕੁਲ ਬਿਲਕੁਲ। ਦੱਖਣੀ ਅਫਰੀਕਾ ਦੇ ਨਾਲ ਜਿਹੜੇ ਸਾਰੇ ਤਾਲੁਕਾਤ ਨੇ ਇਹ ਬਹੁਤ ਹੀ ਸਪੈਸ਼ਲ ਨੇ ਜੀ, ਔਰ ਇਸ ਦੇ ਕਈ ਰੀਜ਼ਨਸ ਨੇ ਮੇਰੇ ਕਹਿਣ ਦੇ ਵਾਸਤੇ ਜੀ। ਇੱਕ ਤੇ ਜਿਸ ਤਰ੍ਹਾਂ ਜਦੋਂ ਵੀ ਮੰਡੇਲਾ ਦਾ ਨਾਂ ਆਉਂਦਾ ਹੈ, ਇਮੀਡੀਏਟਲੀ ਹਰ ਇੱਕ ਹਿੰਦੁਸਤਾਨੀ ਦੇ ਦਿਮਾਗ ਵਿੱਚ ਗਾਂਧੀ ਦਾ ਨਾਮ ਆਉਂਦਾ ਹੈ ਜੀ। ਔਰ ਇਹਨਾਂ ਨੇ ਤੁਲਨਾ ਕੀਤੀ ਹੈ ਦੋਨਾਂ ਦੀ, ਬਿਲਕੁਲ ਇਹਨਾਂ ਨਾਲ ਸਹਿਮਤ ਹਾਂ ਜੀ। ਲੇਕਿਨ ਦੋਨਾਂ ਦੇ ਵਿੱਚ ਕੁਝ ਡਿਫਰੈਂਸਿਸ ਵੀ ਹਨ ਜੀ। ਦੋਨਾਂ ਨੇ ਲੜਾਈ ਕੀਤੀ ਹੈ ਅਗੇਂਸਟ ਅਪਾਰਥਾਈਡ, ਅਗੇਂਸਟ ਡਿਸਕ੍ਰਿਮੀਨੇਸ਼ਨ, ਲੇਕਿਨ ਜਿਹੜੇ ਤਰੀਕੇ ਅਪਣਾਏ ਗਏ ਨੇ ਉਹਨਾਂ 'ਚ ਥੋੜ੍ਹਾ ਜਿਹਾ ਫਰਕ ਵੀ ਹੈ ਜੀ। ਔਰ ਕਈ ਫਰਕ ਨੇ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨੈਲਸਨ ਮੰਡੇਲਾ ਨੂੰ ਨੋਬੈਲ ਪ੍ਰਾਈਜ਼ ਵੀ ਮਿਲਿਆ ਤੇ ਭਾਰਤ ਰਤਨਾ ਵੀ ਮਿਲਿਆ, ਮਹਾਤਮਾ ਗਾਂਧੀ ਨੂੰ ਨੋਬੈਲ ਪ੍ਰਾਈਜ਼ ਨਹੀਂ ਮਿਲਿਆ, ਲੇਕਿਨ ਜਿਹੜੀ ਉਹਨਾਂ ਦੋਨਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ। ਔਰ ਦੋਨਾਂ ਦੇ ਮੁਲਕਾਂ ਦੇ ਤਾਲੁਕਾਤ ਜਿਹੜੇ ਸ਼ੁਰੂ ਤੋਂ ਰਹੇ ਨੇ, ਮੰਡੇਲਾ ਦੇ ਰਿਲੀਜ਼ ਹੋਣ ਤੋਂ ਪਹਿਲੇ ਵੀ ਤੇ ਉਸ ਤੋਂ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ, ਔਰ ਅੱਜ ਤੱਕ। ਕੱਲ੍ਹ ਹੀ ਸਾਡੀ ਉੱਥੇ ਟੀਮ ਗਈ ਹੋਈ ਹੈ ਕ੍ਰਿਕਟ ਖੇਡਣ ਵਾਸਤੇ, ਔਰ ਇਹ ਜਿਹੜੇ ਅੱਗੇ ਕਿਤਨੀ ਦੇਰ ਤੱਕ ਸਾਊਥ ਅਫਰੀਕਾ ਦੇ ਟੀਮ ਵਿੱਚ ਕੋਈ ਕਾਲਾ ਬੰਦਾ ਨਹੀਂ ਹੁੰਦਾ ਸੀ, ਹੁਣ ਸਾਰੇ ਇਕੱਠੇ ਮਿਲ ਕੇ ਖੇਡਦੇ ਨੇ। ਇਹਦੇ ਵਿੱਚ ਹਿੰਦੁਸਤਾਨ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ, ਸਿਰਫ ਮਹਾਤਮਾ ਗਾਂਧੀ ਦੀ ਨਹੀਂ ਜਿਨ੍ਹਾਂ ਨੇ ਉੱਥੇ ਸ਼ੁਰੂ ਕੀਤੀ ਹੈ, ਬਟ ਕਿ ਉਸ ਤੋਂ ਜ਼ਿਆਦਾ ਮੇਰੇ ਖਿਆਲ ਵਿੱਚ ਪੰਡਿਤ ਨਹਿਰੂ ਦੀ ਸੀ, ਜਿਨ੍ਹਾਂ ਨੇ ਹੋਰ ਟੀਟੋ ਨਾਲ ਮਿਲ ਕੇ ਤੇ ਨਾਸਰ ਦੇ ਨਾਲ ਮਿਲ ਕੇ ਅਪਾਰਥਾਈਡ ਨੂੰ ਇਤਨਾ ਵਰਲਡ ਸਟੇਜ 'ਤੇ ਲੈ ਕੇ ਆਏ ਨੇ। ਔਰ ਇੱਕ ਹੋਰ ਸਾਡੇ ਪਾਸਪੋਰਟ ਤੇ ਮੋਹਰ ਲੱਗੀ ਹੁੰਦੀ ਸੀ ਕਿ ਤੁਸੀਂ ਇਜ਼ਰਾਈਲ ਦੇ ਵਿੱਚ ਤੇ ਦੱਖਣੀ ਅਫਰੀਕਾ 'ਚ ਨਹੀਂ ਜਾ ਸਕਦੇ। ਜਿਹੜੇ ਵੀ ਫੋਰਨ ਟਰੈਵਲ ਕਰ ਚੁੱਕੇ ਨੇ ਉਸ ਦਿਨ ਸਾਰਿਆਂ ਨੂੰ ਯਾਦ ਹੋਣਾ ਕਿ ਵੈਲਿਡ ਫॉर ਆਲ ਕੰਟਰੀਜ਼ ਐਕਸੈਪਟ ਇਜ਼ਰਾਈਲ ਐਂਡ ਸਾਊਥ ਅਫਰੀਕਾ ਜੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇਹਨਾਂ ਦੀ ਸੈਕਰੀਫਾਈਸਿਸ ਨੇ ਜੀ, ਉਹ ਮਹਾਤਮਾ ਗਾਂਧੀ ਦੀ ਸੈਕਰੀਫਾਈਸਿਸ ਨਾਲ ਮੁਕਾਬਲਾ ਕੋਈ ਨਹੀਂ ਹੈ। ਇਹ 18 ਸਾਲ ਕੰਟੀਨਿਊਸਲੀ ਜੇਲ੍ਹ 28 ਸਾਲ ਜੀ। तो ਅਸੀਂ ਜਦੋਂ ਕਾਲਜ ਹੁੰਦੇ ਸੀ ਤੇ ਇਸ ਦੀ ਇਮੇਜ ਆਉਂਦੀ ਸੀ, ਅਸੀਂ ਕਹਿੰਦੇ ਸੀ ਦੇਖੋ ਕੈਸਾ ਬੰਦਾ ਹੈ, ਕਿੱਥੇ ਲੈਂਗੁਏਜ ਕੀ ਹੋਏਗਾ ਇਹਦਾ, ਲੇਕਿਨ ਉਹ ਆਇਆ ਬਾਹਰ ਆ ਕੇ ਤੇ ਉਸਨੇ ਫਿਰ ਜਾ ਕੇ ਆਪਣੀ ਗਵਰਨਮੈਂਟ ਐਸਟੈਬਲਿਸ਼ ਕੀਤੀ। ਜਦੋਂ 27 ਸਾਲ ਮਗਰੋਂ ਆਏ ਸੀ ਜਿਹੜੀਆਂ ਟੈਲੀਵਿਜ਼ਨ ਦੇ ਉੱਤੇ ਮੈਂ ਉਸ ਵੇਲੇ ਇਮੇਜਸ ਦੇਖੀਆਂ ਸੀ, ਮੈਨੂੰ ਲੱਗਿਆ ਜਦੋਂ ਬਿਨੀ ਮੰਡੇਲਾ ਤੇ ਨੈਲਸਨ ਮੰਡੇਲਾ ਆ ਰਹੇ ਸੀ, ਮੈਨੂੰ ਲੱਗਿਆ ਕਿ ਹੀਰ ਤੇ ਰਾਂਝਾ ਇਸੇ ਕਿਸਮ ਦੇ ਹੋਣਗੇ। ਇੱਕ ਇਹ ਵੀ ਮੇਰੇ ਦਿਮਾਗ ਵਿੱਚ ਜਿਹੜੀ ਇਮੇਜਸ ਨੇ ਉਸ ਤੋਂ ਪਹਿਲੇ ਦੀਆਂ ਨੇ। ਮੈਂ ਥੋੜਾ ਏਜ ਤੁਹਾਡੇ ਤੋਂ ਜ਼ਿਆਦਾ ਹੈ, ਉਸ ਵੇਲੇ ਦੀ ਇਮੇਜ ਹੈ ਉਹ ਰੈਵੋਲੂਸ਼ਨਰੀ ਦੀ ਇਮੇਜ ਸੀ, ਉਹ ਉਸਦੀ ਲੰਬੀ ਦਾੜੀ ਹੁੰਦੀ ਸੀ, ਹੁਣ ਤਾਂ ਪਛਾਣਿਆ ਨਹੀਂ ਜਾਂਦੀ ਸੀ ਬਾਅਦ ਵਿੱਚ ਜੀ। ਤੇ ਅੱਛਾ ਦੂਸਰੀ ਗੱਲ ਇਹ ਹੈ ਕਿ ਇਹਨੇ ਜਦੋਂ ਇਹਨਾਂ ਦਾ ਰਾਜ ਬਣ ਗਿਆ ਤੇ ਜਿਹੜਾ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਐਸਟੈਬਲਿਸ਼ ਕੀਤਾ ਹੈ, ਜਿਹੜਾ ਕੰਟੀਨਿਊਟੀ ਰੱਖੀ ਹੈ ਪਿਛਲੇ ਰਾਜ ਔਰ ਨਵੇਂ ਰਾਜ ਵਿੱਚ, ਇਹ ਵੀ ਬੜੀ ਯੂਨੀਕ ਅਚੀਵਮੈਂਟ ਸੀ ਉਹਨਾਂ ਦੀ ਜੀ। ਖਾਲਿਦ ਸਾਹਿਬ, ਜਦੋਂ ਤੁਸੀਂ ਬਤੌਰ ਪੋਲੀਟੀਕਲ ਸਾਇੰਟਿਸਟ ਉਹਨਾਂ ਨੂੰ ਦੇਖਦੇ ਹੋ ਤੇ ਕੀ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ? ਦੇਖੋ
ਦੋ ਤਿੰਨ ਚੀਜ਼ਾਂ ਨੈਲਸਨ ਮੰਡੇਲਾ ਦੇ ਬਾਰੇ ਮੈਂ ਕਹਾਂਗਾ। ਯੰਗ ਏਜ ਦੇ ਵਿੱਚ ਹੀ ਵਾਜ਼ ਅ ਰੈਵੋਲੂਸ਼ਨਰੀ ਜੀ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਰਲੀ 60s ਦੇ ਵਿੱਚ ਔਰ ਲੇਟ 50s ਦੇ ਵਿੱਚ ਰੈਵੋਲੂਸ਼ਨਰੀ ਆਪਣੇ ਆਪ ਨੂੰ ਅੱਗੇ ਵਧਾਇਆ ਔਰ ਇੱਕ ਆਰਮਡ ਸਟਰਗਲ ਦੀ ਗੱਲ ਕੀਤੀ। 27 ਸਾਲ ਜੇਲ੍ਹ ਰਹਿਣਾ, 27 ਸਾਲ ਕਹਿਣਾ ਬਹੁਤ ਆਸਾਨ ਹੈ, ਲੇਕਿਨ 27 ਸਾਲ ਇੱਕ ਸਿਸਟਮ ਨਾਲ ਲੜਨਾ, ਉਹ ਸਿਸਟਮ ਜਿਹੜਾ ਹਰ ਜਗ੍ਹਾ ਤੇ ਅਪਾਰਥਾਈਡ ਨੂੰ ਮੈਟੀਕੂਲਸਲੀ ਲਾਗੂ ਕਰਨ ਵਾਸਤੇ ਬਜ਼ਿੱਦ ਹੋਵੇ, ਜੀ, ਉਹ ਸਿਸਟਮ ਜਿਹਦੇ ਵਿੱਚ ਮੈਜੋਰਿਟੀ ਮੋਰ ਦੈਨ 60% ਦੀ ਕੋਈ ਕਦਰ ਨਹੀਂ, ਕੋਈ ਕੁਛ ਨਹੀਂ, ਯਾਨੀ ਯੂਨੀਵਰਸਿਟੀਆਂ ਵੀ ਸੈਪਰੇਟ, ਕਾਲਜ ਵੀ ਪਲੇਟਫਾਰਮ ਵੀ ਸੈਪਰੇਟ, ਬਾਥਰੂਮ ਵੀ ਸੈਪਰੇਟ, ਬਲੈਕ ਐਂਡ ਵਾਈਟ, ਔਰ ਉਹਦੇ ਵਾਸਤੇ ਉਸ ਸਿਸਟਮ ਦੇ ਨਾਲ ਲੜਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। 27 ਸਾਲ ਜੇਲ੍ਹ ਤੋਂ ਬਾਅਦ ਜਦ ਬਾਹਰ ਨਿਕਲਣ ਤੋਂ ਬਾਅਦ ਇਹ ਨਹੀਂ ਹੈ ਕਿ ਵੈਂਡੇਟਾ ਸ਼ੁਰੂ ਕਰਤਾ ਜੀ 1994 ਦੇ ਇਲੈਕਸ਼ਨ ਤੋਂ ਬਾਅਦ, ਜੀ, ਬਲਕਿ ਇੱਕ ਆਪਣੀ ਮੋਰਲ ਅਥਾਰਟੀ ਸਟੈਬਲਿਸ਼ ਕੀਤੀ। ਜੀ, ਉਹ ਮੋਰਲ ਅਥਾਰਟੀ ਇਹ ਹੈਗੀ ਹੈ, ਉਹਨਾਂ ਨੇ ਨੈਲਸਨ ਮੰਡੇਲਾ ਨੇ ਇਹ ਗੱਲ ਪੂਰੀ ਵਰਲਡ ਨੂੰ ਜੀ, ਦੱਸਤੀ ਕਿ ਅਸੀਂ ਵੈਂਡੇਟਾ ਨਹੀਂ ਕਰਾਂਗੇ ਬਲਕਿ ਰੀਕਨਸੀਲੀਏਸ਼ਨ ਕਰਾਂਗੇ। ਜੀ, ਯਾਨੀ ਜਿਹੜੇ ਵਾਈਟ ਮਾਈਨੋਰਿਟੀ ਹੈ ਜੀ, ਉਹਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਕਾਰਨਰ ਨਹੀਂ ਕਰਾਂਗੇ, ਕਿਸੇ ਤਰ੍ਹਾਂ ਦੇ ਉਹ ਐਸਟ੍ਰੋਸਿਟੀਜ਼ ਨਹੀਂ ਕਰਾਂਗੇ, ਜੀ, ਕਿਉਂਕਿ ਹਰ ਇੱਕ ਦਾ ਉਹ ਨਹੀਂ ਹੈ ਉਹਦੇ ਵਿੱਚ ਕਸੂਰ, ਜੀ, ਬਲਕਿ ਉਹਨਾਂ ਅਸੀਂ ਨੂੰ ਜਵਾਬੀ ਸਮਾਜ ਜੁਰਮ ਦੇ ਨਹੀਂ ਵਿੱਚ- ਕਰਾਂਗੇ। ਸਮਾਜ ਦੇ ਵਿੱਚ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਬਣਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਹੈ ਉਹ ਦਿੱਤੀ ਜੀ। ਜਾਊਗੀ। ਤੇ ਜਿਹੜੀ ਮੋਰਲ ਅਥਾਰਟੀ ਹੈ ਔਰ ਸਟੈਂਡਿੰਗ ਫॉर ਦ ਟਰੂਥ ਜੀ, ਜਿਹੜੀ ਹੈ ਉਹ ਇੱਕ ਬਹੁਤ ਵੱਡੀ ਹੋਇਆ ਹੈ, ਔਰ ਉਹਦੀ ਵਜ੍ਹਾ ਕਰਕੇ ਅੱਜ ਆਪਾਂ ਦੇਖਦੇ ਹਾਂ ਕਿ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਸਰਕਾਰ ਹੈ ਇੱਕ ਡੈਮੋਕ੍ਰੈਟਿਕ ਗਵਰਨਮੈਂਟ ਹੈ ਜੀ, ਔਰ ਰਿਪਰੈਜ਼ੈਂਟੇਟਿਵ ਗਵਰਨਮੈਂਟ ਹੈ। ਜੀ, ਇੱਕ ਬਿਲਕੁਲ ਹੀ ਐਸੀ ਸਰਕਾਰ ਜਿਹੜੀ ਕਿ ਪਿਛਲੇ ਕਿੰਨੇ ਦਹਾਕਿਆਂ ਤੋਂ ਚੱਲ ਰਹੀ ਸੀਗੀ, ਉਹਨੂੰ ਪਲਟ ਕੇ ਇੱਕ ਨਵੀਂ ਸਰਕਾਰ ਲਿਆਉਣਾ, ਉਸ ਵਿੱਚ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਸਥਾਪਿਤ ਕਰਨਾ ਜੀ। ਔਰ ਖੁਦ ਪ੍ਰੈਜ਼ੀਡੈਂਟ ਬਣਨਾ, ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇਸ ਚੀਜ਼ ਨੂੰ ਮੋਨੀਟਰ ਕਰਨਾ ਕਿ ਹਾਂ ਵੀ ਠੀਕ ਤਰੀਕੇ ਦੇ ਨਾਲ ਰੀਕਨਸੀਲੀਏਸ਼ਨ ਹੋ ਰਹੀ ਹੈ। ਜੀ। ਇਹ ਸਭ ਚੀਜ਼ਾਂ ਇਹ ਸਿੱਧ ਕਰ ਰਹੀਆਂ ਕਿ ਉਹ ਇੱਕ ਬਹੁਤ ਹੀ ਕੱਦਾਵਰ ਇਨਸਾਨ ਨਹੀਂ ਸੀਗੇ, ਇੱਕ ਬਹੁਤ ਹੀ ਖੂਬਸੂਰਤ ਇਨਸਾਨ ਥੇ, ਬਹੁਤ ਖੂਬਸੂਰਤ ਜੀ। ਬੰਦੇ। ਮਹਿਤਾ ਸਾਹਿਬ, ਇੱਕ ਜਰਾ ਪੜਚੋਲ ਦੇ ਨਜ਼ਰੀਏ ਤੋਂ ਜਦੋਂ ਆਪਾਂ ਦੇਖਾਂਗੇ ਕਿ ਜਦੋਂ ਤੁਸੀਂ ਇੱਕ ਸੰਘਰਸ਼ ਕਰ ਰਹੇ ਹੋ, ਜੋ ਤੁਸੀਂ ਵਾਅਦਾ ਕਰਦੇ ਹੋ, ਜਦੋਂ ਤੁਸੀਂ ਸਰਕਾਰ ਬਣਾਉਂਦੇ ਹੋ, ਉਦੋਂ ਜੋ ਤੁਹਾਡੀ ਕਾਰਗੁਜ਼ਾਰੀ ਹੁੰਦੀ ਹੈ, ਤੇ ਬਹੁਤ ਸਾਰੇ ਸਵਾਲ ਜਿਹੜੇ ਉਸ ਵੇਲੇ ਤੁਹਾਡੇ ਸਾਹਮਣੇ ਆਉਂਦੇ ਨੇ, ਵਾਅਦੇ ਦੇ ਰੂਪ ਦੇ ਵਿੱਚ ਹੋਰ ਗੱਲ ਹੁੰਦੀ ਹੈ। ਜਦੋਂ ਆਪਾਂ ਨੈਲਸਨ ਮੰਡੇਲਾ ਜਾਂ ਉਸ ਪੂਰੇ ਸੰਘਰਸ਼ ਦੇ ਵਾਅਦਿਆਂ ਤੇ ਬਾਅਦ ਦੀ ਕਾਰਗੁਜ਼ਾਰੀ ਨੂੰ ਦੇਖਦੇ ਹਾਂ, ਤੇ ਉਹਦੇ ਵਿੱਚ ਕੁਝ ਸੰਤੁਸ਼ਟੀ ਵਾਲਾ ਮਸਲਾ ਹੈ ਜਾਂ ਕੁਝ ਸਵਾਲ ਨੇ? ਮੈਂ ਆਪਣੇ ਪੈਨਲ ਦੇ ਦੋਨੋਂ ਸਾਥੀਆਂ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ, ਲੇਕਿਨ ਛੋਟਾ ਛੋਟਾ ਡਿਫਰੈਂਸ ਹੈ, ਮੈਂ ਉਸ ਦੇ ਪਹਿਲੇ ਜ਼ਿਕਰ ਕਰ ਲਾਂ। ਜੀ, ਮਹਾਤਮਾ ਗਾਂਧੀ ਦਾ ਜਿਹੜਾ ਆਪਾਂ ਮਹਾਤਮਾ ਗਾਂਧੀ ਵਾਲੀ ਗੱਲ ਨਹੀਂ, ਛੱਡ ਮੈਂ ਦਈਏ ਅੱਜ ਇੱਕ ਦਾ ਮਿੰਟ ਦਿਨ, ਆ ਕਿਉਂਕਿ ਜਾਣਾ। ਉਹੀ ਅੱਧਾ ਘੰਟਾ ਆਪਣੇ ਅੱਧੇ ਕੋਲ। ਮਿੰਟ 'ਚ ਹੀ। ਜੀ, ਉਹਨਾਂ ਦੀ ਸਾਊਥ ਅਫਰੀਕਨਸ ਦੀ ਲਿਬਰੇਸ਼ਨ ਵਿੱਚ ਬਿਲਕੁਲ ਜ਼ੀਰੋ ਕੰਟਰੀਬਿਊਸ਼ਨ ਹੈ। ਹਿੰਦੁਸਤਾਨ 'ਚ ਇਹ ਬਿਲਕੁਲ ਗਲਤ ਇੰਪ੍ਰੈਸ਼ਨ ਹੈ ਕਿ ਉਹਨਾਂ ਨੂੰ ਚਲਾਇਆ ਕਿਸੇ ਸੈਟ ਨਹੀਂ। ਹੀ ਵਾਜ਼ ਥੋਰੋ ਇੰਡੀਅਨ ਨੈਸ਼ਨਲਿਸਟ, ਔਰ ਜਿਹੜੇ ਇੰਡੀਅਨ ਸੈਟਲਰ ਸਨ ਉਹਨਾਂ ਦਾ ਹੀ ਉਹ ਲੀਡਰ। ਜੀ, ਤੁਸੀਂ ਹੁਣ ਅਗਲੇ ਮੇਰੇ ਸਵਾਲ ਤੇ ਆ ਜਾਓ। ਮੈਂ ਸਮਝਦਾ ਕਿ ਰੈਵੋਲੂਸ਼ਨਰੀ ਜਿਹੜਾ ਲਫ਼ਜ਼ ਹੈ ਨਾ, ਉਸ ਨੂੰ ਬਹੁਤ ਨਾਜਾਇਜ਼ ਤੌਰ ਤੇ ਮੈਗਾ ਮੀਡੀਆ ਨੇ ਵੀ, ਅਨਫੋਰਚੂਨੇਟਲੀ ਮੀਡੀਆ ਨੇ ਵੀ ਉਹਨੂੰ ਹਥਿਆਰ ਨਾਲ ਤੇ ਖੂਨ ਨਾਲ ਜੋੜ ਦਿੱਤਾ। ਜੀ, ਜਿਹੜੇ ਰੈਵੋਲੂਸ਼ਨਰੀ ਹੁੰਦੇ ਆ, ਕੋਈ ਰੈਵੋਲੂਸ਼ਨਰੀ ਐਸਾ ਨਹੀਂ ਜਿਹੜੇ ਹਿਊਮਨਿਸਟ ਨਹੀਂ, ਜੀ, ਉਹ ਮਨੁੱਖਵਾਦੀ ਹੋਣ ਕਰਕੇ ਹੀ ਰੈਵੋਲੂਸ਼ਨਰੀ ਬਣਦਾ। ਜੀ, ਤੇ ਇੱਕ ਹੋਰ ਇੰਪ੍ਰੈਸ਼ਨ ਹੈ, ਉਹ ਇਹਦੇ ਜ਼ਿਕਰ ਆ ਗਿਆ ਵਿੱਚ, ਕਿ ਉਹ ਜਵਾਨੀ ਵੇਲੇ ਇਨਕਲਾਬੀ ਸੀ। ਜੀ, ਮੈਂ ਕਹਿੰਦਾ ਉਹ ਅੰਤ ਤੱਕ ਇਨਕਲਾਬੀ ਸੀ। ਜੀ, ਉਹ ਇਨਕਲਾਬ ਦਾ ਪਰ ਕਿਸੇ ਮੈਂ ਜਿਹੜਾ ਉਮਰ ਨਾਲ ਕੋਈ ਤਾਲੁਕ ਨਹੀਂ ਮੈਂ ਹੈ। ਜਿਹੜਾ ਸਵਾਲ ਪੁੱਛ ਰਿਹਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਇਨਕਲਾਬੀ ਦੌਰ ਹੈ, ਇਨਕਲਾਬੀ ਦੌਰ ਦੇ ਜੋ ਵਾਅਦੇ ਨੇ ਉਹ ਰਾਸ਼ਟਰਪਤੀ ਦੇ ਦੌਰ ਦੇ ਵਿੱਚ ਕਾਰਗੁਜ਼ਾਰੀ ਦੇ ਵਿੱਚ ਤਬਦੀਲ ਹੁੰਦੇ ਨੇ ਜਾਂ ਨਹੀਂ ਹੁੰਦੇ? ਮੈਂ ਇਹੀ ਕਹਿ ਰਿਹਾ ਕਿ ਉਹ ਇਨਕਲਾਬੀ ਆਦਮੀ ਹੈ। ਉਹ ਇਨਕਲਾਬ ਜਿਸ ਵੇਲੇ ਅਧੂਰਾ ਹੁੰਦਾ ਵੇ, ਜਿਸ ਹਿੰਦੁਸਤਾਨ ਦਾ ਇਨਕਲਾਬ ਜਿਹੜਾ ਕਾਮਨਵੈਲਥ ਤੇ ਤੁਸੀਂ ਵੜ ਗਏ ਸਭ ਤੋਂ ਪਹਿਲੇ ਅੱਗੇ ਆ ਕੇ, ਯਾਨੀ ਟਰੂਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਦਾ ਦੂਜਾ ਪੱਖ ਜਿਹੜਾ ਵੇ, ਉਹ ਹਿੰਦੁਸਤਾਨ ਦਾ ਕਾਮਨਵੈਲਥ ਦੇ ਵਿੱਚ ਬੜਾ ਲੀਡਿੰਗ ਰੋਲ ਪਲੇ ਕਰਨਾ ਦੇ ਬਰਾਬਰ ਦੀ ਗੱਲ ਹੈ। ਜੇ ਸੱਚੀ ਮੁੱਚੀ ਦਾ ਇਨਕਲਾਬ ਬਸਤੀਵਾਦੀ ਦੇ ਖਿਲਾਫ ਹੋਵੇ, ਬਸਤੀਵਾਦ ਦੇ, ਜਾਂ ਜਿਸ ਤਰ੍ਹਾਂ ਦੇ ਦੁੱਖ ਅਫਰੀਕਾ ਦੇ ਲੋਕਾਂ ਨੇ ਚੱਲੇ ਉਹ ਹੋਵੇ, ਤਾਂ ਫਿਰ ਬਿਲਕੁਲ ਹੋਰ ਗੱਲ ਹੁੰਦੀ ਹੈ। ਪਰਫਾਰਮੈਂਸ ਜਿਸ ਤਰ੍ਹਾਂ ਹਿੰਦੁਸਤਾਨ ਦੀ ਵਧੀਆ ਨਹੀਂ ਹੈ, ਇਸੇ ਤਰ੍ਹਾਂ ਹੀ ਪਰਫਾਰਮੈਂਸ ਉਹਨਾਂ ਦੀ ਵੀ ਵਧੀਆ ਨਹੀਂ ਹੈ ਜੀ। ਕਿਉਂਕਿ ਬੁਨਿਆਦੀ ਤੌਰ ਤੇ ਜੇ ਤੁਸੀਂ ਸੱਚੀ ਮੁੱਚੀ ਸਮਾਜ ਦੇ ਸਾਰੇ ਸਾਧਨਾਂ ਨੂੰ ਇਕੱਠੇ ਕਰਕੇ ਕੋਲੈਕਟਿਵਲੀ ਉਸ ਨੂੰ ਡਿਸਟ੍ਰੀਬਿਊਟ ਕਰਨਾ ਨਹੀਂ ਸਿੱਖਦੇ, ਦੈਟ ਮੀਨਸ ਕਿ ਜੇ ਤੁਸੀਂ ਸਮਾਜਵਾਦ ਵਾਲੇ ਪਾਸੇ ਨਹੀਂ ਤੁਰਦੇ, ਤਾਂ ਲੰਬੇ ਸਮੇਂ ਲਈ ਤੁਸੀਂ ਬਹੁਤ ਲੰਬੇ ਸਮੇਂ ਲਈ ਤੁਸੀਂ ਬਹੁਤ ਪਿੱਛੇ ਰਹਿ ਜਾਂਦੇ।
ਜਿਸ ਵੇਲੇ ਇਨਕਲਾਬੀ ਚੀਜ਼ ਹੁੰਦੀ ਹੈ ਉਸ ਹੋ ਸਕਦਾ ਕਿ ਇਨਕਲਾਬ ਵਿੱਚ ਥੋੜਾ ਜਿਹਾ ਪਹਿਲੇ ਦੂਜੇ ਪਾਸੇ ਜ਼ੁਲਮ ਹੋ ਰਿਹਾ ਹੁੰਦਾ ਤਾਂ ਤੁਹਾਨੂੰ ਵੀ ਕਰਨਾ ਪੈਂਦਾ, ਤੁਸੀਂ ਕਰਦੇ ਹੋ ਜੀ ਜਿਸ ਤਰ੍ਹਾਂ ਚੀਨ ਵਿੱਚ ਹੋਇਆ। ਲੇਕਿਨ ਕਿੱਥੇ ਤੇ ਕਿੱਥੇ ਚੀਨ ਪਹੁੰਚ ਜਾਂਦਾ। ਇਹ ਜਿੰਨੀ ਇੱਕ ਇਨਕਲਾਬ ਜਿਹੜਾ ਹੈ ਉਹ ਇੰਡੀਅਨ ਇਨਕਲਾਬ ਵਰਗਾ ਹੀ ਉਹ ਇਨਕਲਾਬ ਹੈ। ਲੇਕਿਨ ਹਿੰਦੁਸਤਾਨੀਆਂ ਦੀ ਤੇ ਸਾਊਥ ਅਫਰੀਕਨ ਦੀ ਜਿਹੜੀ ਗੱਲ ਇਹਨਾਂ ਨੇ ਦੋਸਤੀ ਦੀ ਕਹੀ ਹੈ, ਹਰ ਕਿਸੇ ਦੇ ਦਿਲ ਵਿੱਚ ਨੈਲਸਨ ਮੰਡੇਲਾ ਵਾਸਤੇ ਸਤਿਕਾਰ ਹੈ। ਇਸੇ ਤਰ੍ਹਾਂ ਹੀ ਗਾਂਧੀ ਨੇ ਹਾਲਾਂਕਿ ਸਾਊਥ ਅਫਰੀਕਨਸ ਲਈ ਕੁਝ ਨਹੀਂ ਕੀਤਾ, ਲੇਕਿਨ ਗਾਂਧੀ ਦੇ ਲਈ ਫਿਰ ਵੀ ਉੱਥੇ ਸਤਿਕਾਰ ਹੈ। ਜੀ ਚੱਡਾ ਸਾਹਿਬ, ਜਿਹੜਾ ਵਾਅਦਾ ਨੈਲਸਨ ਮੰਡੇਲਾ ਹੋਣੀ ਕਰਦੇ ਨੇ ਗਰੀਬੀ ਖਤਮ ਕਰਨ ਦਾ, ਲੈਂਡ ਰਿਫਾਰਮ ਦਾ, ਤੇ ਉਸ ਤੋਂ ਬਾਅਦ ਕੀ ਕਿਸੇ ਕਿਸਮ ਦਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ, ਜਿਹੜੀਆਂ ਪ੍ਰਾਪਤੀਆਂ ਦੱਸੀਆਂ ਜਾਂਦੀਆਂ ਨੇ ਕਿ ਇਹ ਤੁਹਾਡੀਆਂ ਪ੍ਰਾਪਤੀਆਂ ਨੇ ਉਸ ਸੰਘਰਸ਼ ਨੂੰ, ਉਹਦੇ ਵਿੱਚੋਂ ਇੱਕ ਪ੍ਰਾਪਤੀ ਇਹ ਸ਼ਾਮਿਲ ਹੈ ਕਿ ਪਹਿਲਾਂ ਤੁਸੀਂ ਜੋਹਾਨਸਬਰਗ ਦੀ ਮਿਊਨਿਸਪਲ ਲਿਮਿਟ ਤੋਂ ਬਾਹਰ ਆ ਕੇ ਆਪਣਾ ਪ੍ਰੋਟੈਸਟ ਕਰ ਸਕਦੇ ਸੀ, ਹੁਣ ਤੁਸੀਂ ਇਸ ਥਾਂ ਤੱਕ ਕਰਦੇ ਹੋ। ਜਦੋਂ ਉੱਥੇ ਫੁੱਟਬਾਲ ਦਾ ਵਰਲਡ ਕੱਪ ਹੋਇਆ, ਜਿਹੜੀ ਉਹ ਪ੍ਰੋਟੈਸਟ ਦੀ ਥਾਂ ਹੈ ਉਹ ਵਾਪਸ ਉੱਥੇ ਚਲੀ ਗਈ ਹੈ। ਇਸ ਵੇਲੇ ਹਰ ਦੱਖਣੀ ਅਫਰੀਕੀ ਦੇ ਸਿਰ ਦੇ ਉੱਤੇ $200 ਤੋਂ ਜ਼ਿਆਦਾ ਦਾ ਕਰਜ਼ਾ ਹੈ। $200 ਤੋਂ ਜ਼ਿਆਦਾ ਦਾ ਕਰਜ਼ਾ ਹੈ, ਵਿਦੇਸ਼ੀ ਕਰਜ਼ਾ ਹੈ ਜਿਹੜਾ। ਹਾਂ। ਤੇ ਇਸ ਮਾਹੌਲ ਦੇ ਵਿੱਚ ਆਪਾਂ ਜਿਹੜੀ ਨੈਲਸਨ ਮੰਡੇਲਾ ਦੀ ਵਿਰਾਸਤ ਨੂੰ ਇਹ ਕਹਾਂਗੇ ਕਿ ਉਹਨਾਂ ਨੇ ਜਿਹੜੇ ਸਵਾਲ ਰੇਜ਼ ਕੀਤੇ ਉਹਨਾਂ ਦੀ ਅਹਿਮੀਅਤ ਆ, ਪਰ ਉਹ ਹੱਲ ਨਹੀਂ ਹੋਏ, ਕਿਵੇਂ ਦੇਖਾਂਗੇ? ਮੈਂ ਪੂਰੀ ਤਰ੍ਹਾਂ ਹੱਲ ਤੇ ਨਹੀਂ ਹੋਏ ਜੀ। ਜਿਹੜੀ ਸੋਸ਼ਲ ਕੰਡੀਸ਼ਨਸ ਵਿੱਚ ਇੰਪਰੂਵਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਜੀ। ਇਕਨੋਮਿਕ ਕੰਡੀਸ਼ਨਸ ਵਿੱਚ ਹੋਈ ਹੈ ਜੀ। ਇਕਨੋਮਿਕਲੀ ਉਹ ਅੱਗੇ ਡਿਸਪੈਰਿਟੀ ਉੱਥੇ ਵਧੀ ਹੈ। ਹਾਂਜੀ, ਡਿਸਪੈਰਿਟੀ ਵਧੀ ਹੈ। ਡਿਸਪੈਰਿਟੀ ਲੇਕਿਨ ਵਧੀ ਹੈ, ਗਰੀਬੀ ਹਟੀ ਨਹੀਂ, ਗਰੀਬੀ ਬਹੁਤ ਹੈ। ਡਿਸਕ੍ਰਿਮੀਨੇਸ਼ਨ ਥਿਓਰੇਟਿਕਲੀ ਤੇ ਹਟ ਗਈ ਹੈ ਜੀ, ਲੇਕਿਨ ਹਾਲੇ ਵੀ ਹੈ ਜੀ, ਔਰ ਸਿਰਫ ਉੱਥੇ ਸਾਊਥ ਅਫਰੀਕਾ ਸਾਡੇ ਵੀ ਹੈ ਜੀ। ਲੇਕਿਨ ਇਕਨੋਮਿਕਲੀ ਉਹ ਉਹਨਾਂ ਨੇ ਤਰੱਕੀ ਕੀਤੀ ਹੈ ਔਰ ਉਹ ਉਸ ਤਰੱਕੀ ਜਿਹੜੀ ਹੈ ਉਹ ਇਨਕਲੂਸਿਵ ਨਹੀਂ ਹੋਣੀ ਚਾਹੀਦੀ ਸੀ। ਅਗਰ ਇਹਨਾਂ ਦੇ ਪ੍ਰਿੰਸੀਪਲਸ ਨੂੰ ਫੋਲੋ ਕਰਦੇ, ਇਸ ਦਾ ਮੇਨ ਪ੍ਰਿੰਸੀਪਲ ਤੇ ਇਹੀ ਸੀ ਜੀ ਕਿ ਇਨਕਲੂਸਿਵਨੈਸ, ਜੀ, ਨਾਨ ਡਿਸਕ੍ਰਿਮੀਨੇਸ਼ਨ, ਉਹ ਜਿਸ ਹੱਦ ਤੱਕ ਹੋਣੀ ਚਾਹੀਦੀ ਸੀ ਉਸ ਹੱਦ ਤੱਕ ਮੇਰੇ ਖਿਆਲ ਵਿੱਚ ਨਹੀਂ ਹੋਈ। ਜੀ। ਦਿਸ ਇਜ਼ ਵਟ ਆਈ ਫੀਲ। ਪ੍ਰੋਫੈਸਰ ਖਾਲਿਦ, ਜਦੋਂ ਆਪਾਂ ਉਹਨਾਂ ਦੀ ਪਰਫਾਰਮੈਂਸ ਨੂੰ ਦੇਖਾਂਗੇ ਜਾਂ ਪੂਰੀ ਜ਼ਿੰਦਗੀ ਨੂੰ ਦੇਖਾਂਗੇ, ਮੈਂ ਇਸ ਕਰਕੇ ਨਹੀਂ ਇਹ ਸਵਾਲ ਪੁੱਛ ਰਿਹਾ ਕਿ ਆਪ ਅੱਜ ਉਹਨਾਂ ਨੂੰ ਪੁੱਛਣਾ ਜਾਂ ਇਹ ਦੱਸਣਾ ਕਿ ਉਹਨਾਂ ਦਾ ਕੀ ਹੈ, ਮੈਂ ਇਸ ਕਰਕੇ ਇਹ ਸਵਾਲ ਪੁੱਛ ਰਿਹਾ ਕਿ ਜਦੋਂ ਉਹ ਤੁਰ ਗਏ ਨੇ ਉਹਨਾਂ ਦੇ ਜਿਹੜੇ ਸਵਾਲਾਂ ਦੀ ਅਹਿਮੀਅਤ ਅੱਜ ਦੇ ਦੌਰ ਦੇ ਵਿੱਚ ਸਾਨੂੰ ਸਮਝ ਆਵੇ। ਦੇਖੋ ਇੱਦਾਂ ਹੈ ਕਿ ਨੈਲਸਨ ਮੰਡੇਲਾ ਨੂੰ ਇੱਕ ਐਡਮਿਨਿਸਟ੍ਰੇਟਿਵ ਫਰੇਮਵਰਕ ਦੇ ਵਿੱਚ ਜੜ ਕੇ ਅੰਕਲਣਾ ਜਿਹੜਾ ਹੈਗਾ ਉਹ ਸਹੀ ਨਹੀਂ ਹੈ ਜੀ। ਕਿ ਕਿਆ ਉਹਨਾਂ 'ਚ ਇਹੋ ਜਿਹੀਆਂ ਐਡਮਿਨਿਸਟ੍ਰੇਟਿਵ ਜਾਂ ਪੋਲੀਟੀਕਲ ਸਕਿੱਲ ਵੀ ਸੀਗੀਆਂ ਕਿ ਉਹਨਾਂ ਨੇ ਜੋ ਡ੍ਰੀਮ ਕੀਤਾ ਸੀਗਾ ਉਹਨੂੰ ਪੂਰ ਚੜਾਇਆ ਜਾਂ ਨਹੀਂ ਚੜਾਇਆ। ਜੀ। ਇੱਕ ਚੀਜ਼ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ, ਜਿਹੜੀ ਕਿ ਆਪਾਂ ਸਭ ਮੰਨਦੇ ਹਾਂ, ਪੂਰੀ ਦੁਨੀਆ ਮੰਨਦੀ ਹੈ, ਕਿ ਨਸਲਵਾਦ ਨੂੰ ਖਤਮ ਕੀਤਾ ਜੀ। ਨਸਲਵਾਦ ਨੂੰ ਖਤਮ ਕਰਨ ਤੋਂ ਬਾਅਦ ਸਰਕਾਰੀ ਤੌਰ ਦੇ ਉੱਤੇ ਤੇ ਕਾਨੂੰਨ ਦੇ ਵਿੱਚ ਤੇ ਦੂਜਾ ਪੱਖ ਜਿਹੜਾ ਸਮਾਜ ਦੇ ਜਿਹੜਾ 1994 ਦੇ ਵਿੱਚ ਸਾਰੀਆਂ ਰੇਸਿਸ ਨੂੰ ਨਾਲ ਲੈ ਕੇ ਇਲੈਕਸ਼ਨ ਹੋ ਗਿਆ, ਪਹਿਲਾ ਇਲੈਕਸ਼ਨ ਜੀ, ਉਹਦੇ ਵਿੱਚ ਮੋਰ ਦੈਨ 62% ਤੋਂ ਜ਼ਿਆਦਾ ਜਿਹੜੀ ਸੀਗੀ ਉਹਨਾਂ ਨੂੰ ਵੋਟਾਂ ਦਾ ਪ੍ਰਤੀਸ਼ਤ ਮਿਲਿਆ ਤੇ ਸੀਟਾਂ ਮਿਲੀਆਂ। ਉਸ ਤੋਂ ਬਾਅਦ ਅਗਰ ਆਪਾਂ ਉਹਨਾਂ ਨੂੰ ਕਹੀਏ ਕਿ ਜਿਹੜਾ ਬੰਦਾ 27 ਸਾਲ ਜੇਲ੍ਹ ਰਿਹਾ ਹੋਵੇ, ਸਾਰੀ ਉਮਰ ਇੱਕ ਸਟਰਗਲ ਦੇ ਵਿੱਚ ਗੁਜ਼ਾਰੀ ਹੋਵੇ, ਉਹਨਾਂ ਨੂੰ ਆਪਾਂ ਇਹ ਸੋਚੀਏ ਕਿ ਹੁਣ ਇਹ ਬਹੁਤ ਵਧੀਆ ਅੱਛਾ ਐਡਮਿਨਿਸਟ੍ਰੇਟਰ ਵੀ ਹੋਊਗਾ ਜਾਂ ਪੋਲੀਟੀਕਲੀ ਬੜਾ ਐਕਿਊਮਨ ਹੋਏਗਾ, ਇਹ ਜਸਟੀਫਾਈਡ ਨਹੀਂ ਹੈ। ਆਪਾਂ ਨੈਲਸਨ ਸਵਾਲ ਇਸ ਕਰਕੇ ਮੇਰਾ ਸਵਾਲ ਦੀ ਜਿਹੜੀ ਵੈਲਿਡਿਟੀ ਆ ਉਹ ਇਸ ਗੱਲ ਦੇ ਵਿੱਚ ਹੈ ਕਿ ਨੈਲਸਨ ਮੰਡੇਲਾ ਕਿਸੇ ਮੁਹਿੰਮ ਦਾ ਆਗੂ ਹੈ, ਉਹ ਇਕੱਲਾ ਦੇ ਬੰਦਾ ਨਹੀਂ ਨਾ ਹੈਗਾ, ਉਸ ਮੁਹਿੰਮ ਨੇ ਹੀ ਪ੍ਰਾਪਤੀਆਂ ਕਰਨੀਆਂ ਨੇ, ਕਾਰਗੁਜ਼ਾਰੀ ਕਰਨੀ ਹੈ, ਜਿਹਦੀ ਨੁਮਾਇੰਦਗੀ ਨੈਲਸਨ ਮੰਡੇਲਾ। ਦੇਖੋ ਨੈਲਸਨ ਮੰਡੇਲਾ ਦੀ ਵੱਧਦੀ ਹੋਈ ਉਮਰ ਜੀ ਔਰ ਨਾਲ ਜਿਹੜੀ ਅਫਰੀਕਨ ਨੈਸ਼ਨਲ ਕਾਂਗਰਸ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਇੰਤਸ਼ਾਰ ਜੀ, ਜਿਸ ਵੇਲੇ ਅਪਾਰਥਾਈਡ ਖਤਮ ਹੋ ਗਿਆ ਜੀ, ਉਹਨੂੰ ਪੂਰੀ ਤਰ੍ਹਾਂ ਸਪੋਰਟ ਨਾ ਮਿਲਣਾ ਜੀ, ਅਫਰੀਕਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਫੈਕਸ਼ਨਸ ਦਾ ਡਿਵੈਲਪ ਹੋਣਾ, ਉਹਨਾਂ ਦਾ ਡਿਫਰੈਂਟ ਵਿਊ ਪੁਆਇੰਟ ਕਿ ਸਾਊਥ ਅਫਰੀਕਾ ਦਾ ਫਿਊਚਰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ, ਉਹ ਵੀ ਇੱਕ ਐਸਾ ਇਸ਼ੂ ਸੀਗਾ ਜਿਹਦੀ ਵਜ੍ਹਾ ਕਰਕੇ ਜੋ ਪਰਫਾਰਮੈਂਸ ਹੋਣੀ ਚਾਹੀਦੀ ਸੀਗੀ 1994 ਤੋਂ ਬਾਅਦ ਉਹ ਨਹੀਂ ਹੋ ਸਕੀ। ਇੱਕ ਹੋਰ ਗੱਲ ਜਿਹੜੀ ਮੈਂ ਪੁੱਛਣਾ ਚਾਹੁੰਦਾ ਕਿ ਵੀ ਪਿਛਲੇ 20-25 ਸਾਲਾਂ ਦੇ ਵਿੱਚੋਂ ਹਿਸਟਰੀ ਨੂੰ ਅਪਰੋਪਰੀਏਟ ਕਰਨ ਦਾ ਬਹੁਤ ਰੁਝਾਨ ਚੱਲਿਆ ਕਿ ਹਿਸਟਰੀ ਨੂੰ ਕਿਵੇਂ ਪੇਸ਼ ਕੀਤਾ ਜਾਵੇ। ਕੀ ਨੈਲਸਨ ਮੰਡੇਲਾ ਦੀ ਜਿਹੜੀ ਆਈਕਨਾਈਜੇਸ਼ਨ ਹੈ ਥਰੂ ਆਊਟ ਗਲੋਬ, ਉਹਨੂੰ ਉਸ ਪ੍ਰੋਸੈਸ ਦੇ ਵਿੱਚ ਵੀ ਦੇਖਿਆ ਜਾ ਸਕਦਾ ਜੇ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨ ਨੂੰ ਤਿਆਰ ਨਹੀਂ ਤਾਂ? ਦੇਖੋ ਜਿਸ ਵੇਲੇ ਵੀ ਆਪਾਂ ਨੈਲਸਨ ਮੰਡੇਲਾ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਾਂਗੇ, ਉਹਦੀ ਲਾਈਫ ਹਿਸਟਰੀ ਦੇਖਾਂਗੇ ਤਾਂ ਆਪਾਂ ਉਹਨੂੰ ਇੱਕ ਐਸਾ ਇਨਸਾਨ ਹੀ ਮੰਨਾਂਗੇ ਜਿਹੜਾ ਕਿ ਇੱਕ ਬਹੁਤ ਵਧੀਆ ਹਿਊਮਨ ਬੀਇੰਗ ਵੀ ਹੈ ਔਰ ਜਿਹਨੇ ਸਾਰੀ ਜ਼ਿੰਦਗੀ
ਇੱਕ ਕੌਜ਼ ਵਾਸਤੇ ਸਟਰਗਲ ਕਰਕੇ ਲੰਘਾਈ ਹੈ। ਜੀ। ਇਸ ਕਰਕੇ ਜਦ ਵੀ ਆਪਾਂ ਉਹਦਾ ਅੰਕਲਨ ਕਰਾਂਗੇ, ਆਪਾਂ ਉਹਨਾਂ ਨੂੰ ਐਜ਼ ਏ ਪੋਲੀਟੀਕਲ ਲੀਡਰ ਕਦੇ ਅੰਕਲ ਨਹੀਂ ਕਰਿਆ, ਬਲਕਿ ਪੋਲੀਟੀਕਲ ਲੀਡਰ ਸੋਚ ਕੇ ਉਹਨਾਂ ਦਾ ਅੰਕਲ ਕਰਨਾ ਉਹਨਾਂ ਨੂੰ ਛੋਟਾ ਕਰਨ ਦੀ ਗੱਲ। ਜੀ ਮਹਿਤਾ ਸਾਹਿਬ, ਆਖਰੀ ਸਵਾਲ ਦੇ ਤੌਰ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਅੱਜ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਵਾਲ ਦੇਖਾਂਗੇ ਤੇ ਉਹ ਸਵਾਲ ਅੱਜ ਜ਼ਿਆਦਾ ਅਹਿਮ ਹੋਏ ਖੜੇ ਨੇ ਸਾਡੇ ਕੋਲ, ਉਹ ਸਵਾਲਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਦੇਖਿਆ ਜਾਣਾ ਚਾਹੀਦਾ ਜਾਂ ਸਿਰਫ ਜਿਹੜੀ ਉਹਨਾਂ ਦੀ ਆਈਕਨਾਈਜੇਸ਼ਨ ਨਾਲ ਹੀ ਜੋੜਿਆ ਜਾਣਾ ਚਾਹੀਦਾ? ਜੇ ਤਾਂ ਸੱਚੀ ਮੁੱਚੀ ਦੇਖਿਆ ਜਾਏ ਸਾਰੀ ਜ਼ਿੰਦਗੀ ਦੀ ਨੈਲਸਨ ਮੰਡੇਲਾ ਦੀ, ਤੇ ਨੈਲਸਨ ਮੰਡੇਲਾ ਐਜ਼ ਏ ਹਿਊਮਨ ਬੀਇੰਗ ਐਂਡ ਆਲਸੋ ਐਜ਼ ਏ ਥਿੰਕਰ, ਜੀ, ਉਹ ਸਗੋਂ ਉਸ ਦੀ ਰੈਲੇਵੈਂਸ ਕਈ ਗੁਣੀ ਜ਼ਿਆਦਾ ਵੱਧ ਗਈ ਹੈ ਹੁਣ ਦੀ ਲੋੜ ਦੇ ਤੌਰ ਤੇ। ਜੀ, ਜਦੋਂ ਤੋਂ ਮੋਨੋਸਿਸਟਮਿਕ ਵਰਲਡ ਬਣੀ ਹੈ, ਸਾਰਾ ਸੰਸਾਰ ਜਿਹੜਾ ਸਰਮਾਏਦਾਰੀ ਦੇ ਥੱਲੇ ਆ ਗਿਆ, ਤਾਂ ਅਤਿਆਚਾਰ ਤੇ ਵਧਣਾ ਸੀ। ਥੋੜੀ ਬਹੁਤ ਤਰੱਕੀ ਤਾਂ ਇਹਦੇ 'ਚ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਆંકੜੇ ਐਸੇ ਮਿਲ ਜਾਂਦੇ ਨੇ ਤੇ ਦੂਜੇ ਆંકੜੇ ਵੀ ਕੱਢੇ ਜਾ ਸਕਦੇ, ਜਿਹੜੇ ਨਾ ਬਰਾਬਰੀ ਦੇ, ਬੇਇਨਸਾਫੀ ਦੇ, ਔਰ ਉਹ ਵੀ ਸਾਰੇ ਵਧੇ। ਮੈਂ ਇਹ ਪੁੱਛਣਾ ਚਾਹੁੰਦਾ ਕਿ ਉਸਦਾ ਮੈਸੇਜ ਜਿਹੜਾ ਬਹੁਤ ਰੈਲੇਵੈਂਟ ਹੈ, 21ਵੀਂ ਸਦੀ 'ਚ ਬਹੁਤ ਰੈਲੇਵੈਂਟ ਹੈ। ਜਿਹੜਾ ਸਵਾਲ ਬਿਲਕੁਲ ਕੰਕਰੀਟ ਰੂਪ 'ਚ ਮੈਂ ਪੁੱਛਣਾ ਚਾਹੁੰਦਾ ਕਿ ਨੈਲਸਨ ਮੰਡੇਲਾ ਜੋ ਸੰਘਰਸ਼ ਉਹਨਾਂ ਦੀ ਜ਼ਿੰਦਗੀ 'ਚ ਕੀਤਾ, ਉਹਨਾਂ ਨੇ ਨਸਲਵਾਦ ਦੇ ਖਿਲਾਫ, ਉਹਨਾਂ ਨੇ ਬਸਤੀਵਾਦ ਦੇ ਖਿਲਾਫ, ਕੀ ਉਸ ਸੰਘਰਸ਼ ਦੀ ਜਿਹੜੀ ਵਿਰਾਸਤ ਆ ਉਹ ਸਰਕਾਰ ਦੇ ਵਿੱਚ ਹੀ ਦੇਖੀ ਜਾਏਗੀ ਜਾਂ ਉਸ ਕਿਸਮ ਦੇ ਹੋਰ ਸੰਘਰਸ਼ 'ਚ ਦੇਖੀ ਜਾਏਗੀ? ਦੂਜੇ ਸੰਘਰਸ਼ਾਂ ਵਿੱਚੋਂ ਹੀ ਮਿਲੇਗੀ। ਜੀ, ਚੱਡਾ ਸਾਹਿਬ ਤੁਸੀਂ ਆਖਦੇ। ਮੈਂ ਇਹ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਐਕਸਪੈਕਟ ਕਰਨਾ ਕਿ ਜਿਹੜੇ ਉਹਨਾਂ ਦੇ ਆਪਣੇ ਡ੍ਰੀਮਸ ਸਨ ਔਰ ਜਿਹੜੇ ਉਹਨਾਂ ਦੇ ਆਪਣੇ ਪ੍ਰਿੰਸੀਪਲ ਸਨ, ਉਸ ਨੂੰ ਉਹ ਖੁਦ ਆ ਕੇ ਇੰਪਲੀਮੈਂਟ ਕਰਨ ਆਜ਼ਾਦੀ ਤੋਂ ਬਾਅਦ, ਮੇਰੇ ਖਿਆਲ 'ਚ ਥੋੜੀ ਜ਼ਿਆਦਤੀ ਹੈ। ਉਹਨਾਂ ਨਾਲ ਜ਼ਿਆਦਤੀ ਨਹੀਂ ਹੈਗੀ, ਪਰ ਇਸ ਦੌਰ ਦੇ ਵਿੱਚ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਉਹ ਬਹੁਤ ਅਹਿਮ ਨੇ। ਨਹੀਂ, ਉਹਨਾਂ ਨੇ ਇੱਕ ਏਜੰਡਾ ਤੈਅ ਕੀਤਾ ਹੈ, ਉਹਨਾਂ ਨੇ ਇੱਕ ਮਾਰਗ ਦੱਸਿਆ, ਉਸ ਤੋਂ ਬਾਅਦ ਉਸ ਦੇ ਉੱਤੇ ਚੱਲਣਾ, ਉਹ ਜਿਹੜੇ ਲੋਕ ਉਹਨਾਂ ਤੋਂ ਬਾਅਦ ਆਏ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਉਹਦੇ ਬਾਰੇ ਇਹਨਾਂ ਨੂੰ ਬਲੇਮ ਕਰਨਾ ਮੇਰੇ ਖਿਆਲ ਠੀਕ ਨਹੀਂ ਹੋਏਗਾ। ਜੀ, ਪਰ ਜਦੋਂ ਆਪਾਂ ਬਾਰ-ਬਾਰ ਯਾਦ ਕਰਾਂਗੇ ਉਸ ਸੰਘਰਸ਼ ਨੂੰ, ਤੇ ਤਾਂ ਹੀ ਇਹਨਾਂ ਦੀ ਕਾਰਗੁਜ਼ਾਰੀ ਲਈ ਕੋਈ ਪੈਰਾਮੀਟਰ ਤੇ ਉੱਥੋਂ ਹੀ ਬਣੇਗਾ ਨਾ। ਨਹੀਂ, ਠੀਕ ਹੈ, ਲੇਕਿਨ ਉਸਦੀ ਵੈਦਰ ਹੀ ਪੂਰੀ ਸਕਸੈਸ ਹੋਈ ਹੈ ਜਾਂ ਨਹੀਂ, ਉਹਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਵੀ ਹੈ, ਲੇਕਿਨ ਜ਼ਿਆਦਾ ਉਹਨਾਂ ਦੀ ਹੈ ਜਿਹੜੀ ਉਸ ਵਿਰਾਸਤ ਨੂੰ ਅੱਗੇ ਲੈ ਕੇ ਗਏ ਨੇ। ਜੀ ਖਾਲਿਦ, ਜਿਹੜਾ ਸਾਡਾ ਦੌਰ ਹੈ, ਇਸ ਦੌਰ ਦੇ ਵਿੱਚ ਜਿਹੜਾ ਵਿਤਕਰਾ ਹੈ ਪੂਰੀ ਦੁਨੀਆ ਦੇ ਉੱਤੇ, ਨਸਲੀ ਵਿਤਕਰਾ ਜਿਹਨੂੰ ਅਸੀਂ ਪਹਿਲਾਂ ਕਹਿੰਦੇ ਸੀ, ਕਿਸ ਤਰੀਕੇ ਨਾਲ ਲੈਟਿਨੋਜ਼ ਨੂੰ ਟਾਰਗੇਟ ਕੀਤਾ ਜਾ ਰਿਹਾ, ਕਿਸ ਤਰੀਕੇ ਨਾਲ ਜਿਹੜੇ ਪਹਿਲਾਂ ਜੋ ਆਪਾਂ ਕਹਿੰਦੇ ਸੀਗੇ ਕਿ ਅਫਰੀਕਨ ਅਮਰੀਕਨਜ਼ ਨਾਲ ਅਮਰੀਕਾ ਦੇ ਵਿੱਚ ਵਿਤਕਰਾ ਹੁੰਦਾ, ਹੁਣ ਅਰੇਬੀਅਨ ਅਮਰੀਕਨਜ਼ ਨਾਲ ਵਿਤਕਰਾ ਹੁੰਦਾ, ਲੈਟਿਨੋ ਅਮਰੀਕਨਜ਼ ਨਾਲ ਵਿਤਕਰਾ ਹੁੰਦਾ। ਕੀ ਜਿਹੜੀ ਨੈਲਸਨ ਮੰਡੇਲਾ ਦੀ ਵਿਰਾਸਤ, ਜਾਂ ਜਿਵੇਂ ਆਪਾਂ ਮਾਰਟਿਨ ਲੂਥਰ ਕਿੰਗ ਦੀ ਵਿਰਾਸਤ ਨੂੰ ਅਮਰੀਕਾ ਦੇ ਵਿੱਚ ਦੇਖਦੇ ਹਾਂ, ਕਿ ਵੀ ਮਾਰਟਿਨ ਲੂਥਰ ਦੀ ਕਿੰਗ ਦੀ ਵਿਰਾਸਤ ਦਾ ਮਸਲਾ ਇਹ ਹੈ ਕਿ ਅੱਜ ਦੇ ਦਿਨ ਜਿਹਦੇ ਨਾਲ ਨਸਲੀ ਵਿਤਕਰਾ ਹੋ ਰਿਹਾ ਉਹਦੀ ਗੱਲ ਕੀਤੀ ਜਾਵੇ, ਇਸ ਵਿਰਾਸਤ ਨੂੰ ਵੀ ਉਸੇ ਰੂਪ 'ਚ ਦੇਖਣਾ ਪਏਗਾ? ਦੇਖੋ, ਜਦ ਵੀ ਆਪਾਂ ਨੈਲਸਨ ਮੰਡੇਲਾ ਦੀ ਵਿਰਾਸਤ ਨੂੰ ਦੇਖਾਂਗੇ, ਆਪਣੇ ਦਿਮਾਗ ਦੇ ਵਿੱਚ ਹਰ ਉਹ ਸਟਰਗਲ ਆਏਗੀ ਜਿਹੜੀ ਕਿ ਚਾਹੇ ਪ੍ਰੈਜ਼ੈਂਟ ਦੌਰ ਦੇ ਵਿੱਚ ਚਾਹੇ ਫਿਊਚਰ ਦੇ ਵਿੱਚ ਨਸਲਵਾਦ ਨੂੰ ਲੈ ਕੇ ਅਗਰ ਕੋਈ ਵੀ ਨਸਲਕੁਸ਼ੀ ਕੀਤੀ ਜਾਂਦੀ ਹੈ, ਕਿਸੇ ਨਸਲ ਨੂੰ ਦਬਾਇਆ ਜਾਂਦਾ ਹੈ, ਨਸਲ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਹੈ, ਤਾਂ ਨੈਲਸਨ ਮੰਡੇਲਾ ਹਮੇਸ਼ਾ ਇੱਕ ਆਈਕਨ ਦੇ ਰੂਪ ਦੇ ਵਿੱਚ, ਇੱਕ ਫਾਦਰਲੀ ਫਿਗਰ ਰੂਪ ਦੇ ਵਿੱਚ ਪਿੱਛੇ ਖੜਾ ਨਜ਼ਰ ਆਏਗਾ। ਜੀ, ਮਤਲਬ ਉਹਨੂੰ ਅਸੀਂ ਖੜੋਤ ਦੇ ਵਿੱਚ ਨਹੀਂ ਦੇਖਾਂਗੇ, ਸਰਗਰਮ ਕਾਰਜਸ਼ੀਲ ਰੂਪ ਦੇ ਵਿੱਚ ਦੇਖਾਂਗੇ। ਉਹ ਕਿਉਂਕਿ ਉਹਦੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਇੱਕ ਐਕਟਿਵਿਸਟ ਦੀ ਲਾਈਫ ਹੈ। ਜੀ, ਉਹ ਕੋਈ ਪੈਸਿਵ ਲਾਈਫ ਨਹੀਂ ਹੈ, ਉਹ ਕੋਈ ਆਮ ਚੇਅਰ ਲਾਈਫ ਨਹੀਂ ਹੈ, ਬਲਕਿ ਉਹਨੇ ਕਰਕੇ ਦਿਖਾਇਆ ਔਰ ਉਹਨੇ ਉਹਨੂੰ ਸਫਰ ਕੀਤਾ ਹੈ, ਉਸ ਕਾਜ਼ ਵਾਸਤੇ ਸਫਰ ਕੀਤਾ ਹੈ। ਜਿਸ ਵੇਲੇ ਵੀ ਇਨ ਫਿਊਚਰ ਵਰਲਡ ਦੇ ਵਿੱਚ ਕਿਸੇ ਵੀ ਜਗ੍ਹਾ ਨਸਲ ਦੇ ਆਧਾਰ ਤੇ ਭੇਦਭਾਵ ਦੀ ਗੱਲ ਹੋਊਗੀ, ਉਹਦੇ ਖਿਲਾਫ ਸਟਰਗਲ ਹੋਊਗੀ, ਤਾਂ ਨੈਲਸਨ ਮੰਡੇਲਾ ਇੱਕ ਆਈਕਨ ਦੇ ਰੂਪ ਦੇ ਵਿੱਚ ਖੜਾ ਹੈ। ਮਤਲਬ ਹਰੇਕ ਜਿਹੜਾ ਸੰਘਰਸ਼ੀਲ ਬੰਦਾ ਉਹਨਾਂ ਵੱਲ ਦੇਖੇਗਾ ਤੇ ਉਹਨੂੰ ਪ੍ਰੇਰਨਾ ਮਿਲੇਗੀ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਨੈਲਸਨ ਮੰਡੇਲਾ ਤੁਰ ਗਏ, ਉਹਨਾਂ ਦਾ ਸੰਘਰਸ਼, ਪ੍ਰਾਪਤੀਆਂ ਅਤੇ ਵਿਰਾਸਤ ਕਿਸੇ ਖੜੋਤ ਦਾ ਨਾਮ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਸਵਾਲਾਂ ਨੂੰ ਯਾਦ ਕਰੋ ਅਤੇ ਆਪਣੇ ਆਲੇ ਦੁਆਲੇ ਨਜ਼ਰ ਮਾਰੋ। ਸਾਡੇ ਦੌਰ ਦੀ ਗੁਰਬਤ, ਵਿਤਕਰਾ, ਗਰੀਬ ਅਮੀਰ ਦਾ ਪਾੜਾ ਅਤੇ ਨਵੇਂ ਰੂਪਾਂ ਵਿੱਚ ਹਾਜ਼ਰ ਨਸਲਵਾਦ ਅਹਿਮ ਸਵਾਲ ਨੇ। ਇਹਨਾਂ ਸਵਾਲਾਂ ਦੇ ਜਵਾਬ ਹੀ ਨੈਲਸਨ ਮੰਡੇਲਾ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੇ ਨੇ। ਇੰਟਰਨੈਟ ਉੱਤੇ ਬੌਬ ਮਾਰਲੇ ਅਤੇ ਨੈਲਸਨ ਮੰਡੇਲਾ ਦੀ ਰਿਹਾਈ ਨਾਲ ਜੁੜੇ ਗੀਤ ਜ਼ਰੂਰ ਸੁਣਨਾ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।